ਤੇ ਵੀ ਖਿਆਲ ਕਰਨਾ ਪੈਂਦਾ ਹੈ। ਤਾੜੀਆਂ ਕਈ ਵਾਰੀ ਮਾਰਦੇ ਆ, ਪਤਾ ਹੁੰਦਾ ਨਹੀਂ ਕਿਹੜੀ ਗੱਲ ਦੇ ਉੱਤੇ ਤਾੜੀ ਮਾਰੀ ਗਈ ਹੈ। ਉਹ ਕਹੋ ਉਹਨੂੰ ਪੁੱਛੇ ਤੂੰ ਕਾਹਦੀ ਤਾੜੀ ਮਾਰੀ, ਕਹਿੰਦਾ ਨਾਲ ਦੇ ਨੇ ਮਾਰੀ ਤੇ ਮਾਰ। ਇਦਾਂ ਦੀਆਂ ਤਾੜੀਆਂ ਨਾ ਮਾਰੋ। ਪ੍ਰਾਰਥਨਾ ਜਦੋਂ ਕੀਤੀ ਜਾਂਦੀ ਹੈ ਉਹਨੂੰ ਗੌਰ ਦੇ ਨਾਲ ਸੁਣਨਾ ਚਾਹੀਦਾ, ਸ਼ਬਦਾਂ ਨੂੰ ਉਹਨੂੰ ਸਮਝਣਾ ਚਾਹੀਦਾ। ਸਮਝਣ ਤੋਂ ਬਾਅਦ ਆਮੀਨ ਕਹਿਣਾ ਚਾਹੀਦਾ, ਕਿਉਂਕਿ ਆਮੀਨ ਲਫ਼ਜ਼ ਕੋਈ ਮਾਮੂਲੀ ਲਫ਼ਜ਼ ਨਹੀਂ ਹੈ। ਆਮੀਨ ਦੀ ਮਹੱਤਤਾ ਦੇ ਬਾਰੇ ਜਦੋਂ ਪਤਾ ਲੱਗਦਾ ਨਾ ਤੇ ਫਿਰ ਆਮੀਨ ਕਹਿਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਵੀ ਸਾਨੂੰ ਇਸ ਗੱਲ ਦੇ ਉੱਤੇ ਆਮੀਨ ਕਹਿਣਾ ਚਾਹੀਦਾ ਹੈ ਕਿ ਨਹੀਂ ਕਹਿਣਾ ਚਾਹੀਦਾ। ਕੈਸੀ ਪ੍ਰਾਰਥਨਾ ਹੈ ਜਿਹੜੀ ਖੁਦਾ ਕਬੂਲ ਕਰਦਾ ਔਰ ਕਿਸ ਤਰੀਕੇ ਦੀ ਪ੍ਰਾਰਥਨਾ ਹੈ ਜਿਹੜੇ ਖੁਦਾ ਕਬੂਲ ਕਰਦਾ। ਲਿਖਿਆ ਹੰਨਾ ਦੇ ਬਾਰੇ ਜਦੋਂ ਸੈਮੂਅਲ ਦੇ ਲਈ ਉਹਨੇ ਦੁਆ ਕੀਤੀ ਹੈ, ਔਰ ਮੈਂ ਪੜ੍ਹ ਕੇ ਦੱਸਣਾ ਚਾਹਾਂਗਾ ਔਰ ਤੁਸੀਂ ਬੜੀ ਵਾਰ ਇਸ ਅਧਿਆਇ ਨੂੰ ਸੁਣਿਆ, ਉਸ ਤੋਂ ਬਾਅਦ ਅਸੀਂ ਸਮਾਪਤ ਕਰਾਂਗੇ। ਲਿਖਿਆ ਵੀ ਜਾਂ ਸ਼ਿਲੋ ਵਿੱਚ ਖਾ ਪੀ ਚੁੱਕੇ ਤਾਂ ਹੰਨਾ ਉੱਠੀ। ਉਸ ਵੇਲੇ ਏਲੀ ਜਾਜਕ ਯਹੋਵਾ ਦੀ ਹੈਕਲ ਦੀ ਇੱਕ ਚੁਗਾਟ ਕੋਲ ਗੱਦੀ ਉੱਤੇ ਬੈਠਾ ਹੋਇਆ ਸੀ ਅਤੇ ਉਹਦਾ ਮਨ ਬਹੁਤ ਉਦਾਸ ਹੋਇਆ। ਸੋ ਉਹਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਅਤੇ ਭੁੱਬਾਂ ਮਾਰ ਮਾਰ ਕੇ, ਹਾਲੇਲੂਇਆ, ਖੁਦਾਵੰਦ ਖੁਦਾ ਨੇ ਮੂਸਾ ਨੂੰ ਕਿਹਾ, ਕਹਿੰਦਾ ਇਸਰਾਏਲੀਆਂ ਦਾ ਰੋਣਾ ਮੇਰੇ ਕੰਨਾਂ ਤੱਕ ਪਹੁੰਚਿਆ ਔਰ ਹੁਣ ਮੈਂ ਉੱਤਰ ਆਇਆ ਹਾਂ ਤਾਂ ਜੋ ਮੈਂ ਆਪਣੇ ਲੋਕਾਂ ਨੂੰ ਰਿਹਾਈ ਦੇਵਾਂ। ਹਾਲੇਲੂਇਆ। ਇਸਰਾਏਲੀ 400 ਸਾਲ ਤੋਂ ਗੁਲਾਮ ਚੱਲੇ ਆ ਰਹੇ ਸੀਗੇ। ਕੀ 400 ਸਾਲਾਂ ਦੀ ਗੁਲਾਮੀ ਦੇ ਵਿੱਚ ਉਹ ਪਹਿਲਾਂ ਨਹੀਂ ਸੀ ਰੋਏ? ਰੋਂਦੇ ਉਹ ਪਹਿਲਾਂ ਵੀ ਸੀਗੇ, ਲੇਕਿਨ ਜੈਸਾ ਰੋਣਾ ਜਿਹਨੂੰ ਤੌਬਾ ਦਾ ਰੋਣਾ ਕਹਿੰਦੇ ਆ, ਉਹ ਰੋਣਾ ਜਿਹੜਾ ਖੁਦਾ ਨੂੰ ਪਸੰਦ ਸੀਗਾ, ਜਦੋਂ ਉਹ ਰੋਣਾ ਰੋਏ ਤੇ ਫਿਰ ਖੁਦਾ ਦਾ ਜਿਹੜਾ ਮਨ ਆ ਉਹ ਇਸ ਕੰਮ ਨੂੰ ਕਰਨ ਦੇ ਲਈ ਤਿਆਰ ਹੋਇਆ ਕਿ ਜੈਸਾ ਮੈਂ ਚਾਹੁੰਦਾ ਸੀ ਇਹ ਰੋਣ, ਵੈਸਾ ਰੋਣਾ ਅੱਜ ਇਹ ਰੋਏ ਆ। ਔਰ ਫਿਰ ਖੁਦਾ ਨੇ ਮੂਸਾ ਨੂੰ ਬੁਲਾਇਆ, ਕਹਿੰਦਾ ਉਹਨਾਂ ਦਾ ਰੋਣਾ ਮੇਰੇ ਕੰਨਾਂ ਤੱਕ ਪਹੁੰਚਿਆ। ਔਰ ਇੱਥੇ ਕੀ ਲਿਖਿਆ? ਹੰਨਾ ਜਿਹੜੀ ਸੀਗੀ ਉਹ ਭੁੱਬਾ ਮਾਰ ਮਾਰ ਕੇ ਰੋਈ। ਕਈ ਵਾਰੀ ਤਾਂ ਅਸੀਂ ਇੱਕ ਦੂਜੇ ਨੂੰ ਦੇਖ ਕੇ ਰੋ ਪੈਂਦੇ ਆ ਵੀ ਭਾਵੁਕ ਹੋ ਜਾਂਦੇ ਨੇ, ਕਿਉਂਕਿ ਭਾਵਨਾ ਦਾ ਵੀ ਸਾਡੇ ਵਿੱਚ ਆਤਮਾ ਹੈ ਨਾ, ਤੇ ਭਾਵੁਕ ਹੋਏ ਨੇ। ਚਲੋ ਇਹ ਰੋਂਦਾ ਤੇ ਆਪਾਂ ਨੂੰ ਵੀ ਰੋਣਾ ਚਾਹੀਦਾ, ਕਿਤੇ ਗੁੱਸੇ ਨਾ ਹੋ ਜਾਵੇ, ਇਹਦੇ ਨਾਲ ਥੋੜਾ ਬਹੁਤਾ ਆਪ ਵੀ ਰੋ ਲਓ। ਤੇ ਉਹ ਪੁੱਛੋ ਵੀ ਤੂੰ ਕੱਲ ਹੀ ਰੋਂਦਾ ਸੀ, ਰੋਣ ਦਾ ਵੀ ਨਹੀਂ ਪਤਾ ਹੁੰਦਾ ਉਹ ਰੋਣ ਕੱਲ ਹੀ ਰਿਹਾ ਤੇ ਉਹਨੇ ਤੇ ਖੁਦਾ ਨੇ ਕੋਈ ਆਨੰਦਿਤ ਗੱਲ ਦਿਖਾਈ ਆ ਤੇ ਉਹ ਤੇ ਆਨੰਦ ਦੇ ਵਿੱਚ ਰੋ ਰਿਹਾ ਹੈ। ਜੇ ਤੇ ਤੈਨੂੰ ਵੀ ਆਨੰਦ ਉਹਦਾ ਹੋਇਆ ਫਿਰ ਤੇ ਤੂੰ ਰੋ, ਤੂੰ ਤੇ ਉਹਦੇ ਰੋਣੇ ਵੱਲ ਦੇਖ ਕੇ ਰੋਣ ਦੇ ਹੈ। ਸੋ ਕਈ ਵਾਰ ਅਸੀਂ ਵੀ ਇਦਾਂ ਹੁੰਦੇ ਆ, ਕੋਈ ਪ੍ਰਾਰਥਨਾ ਰੋ ਰੋ ਕੇ ਕਰਦਾ ਹੈ ਤੇ ਅਸੀਂ ਸੋਚਦੇ ਸ਼ਾਇਦ ਉਹਦੀ ਇਸੇ ਕਰਕੇ ਸੁਣੀ ਗਈ ਹੈ ਵੀ ਉਹਨੇ ਰੋ ਕੇ ਪ੍ਰਾਰਥਨਾ ਕੀਤੀ ਸੀ, ਅੰਜੂ ਘੇਰਦਾ ਸੀ। ਅਸੀਂ ਵੀ ਅੰਜੂ ਘੇਰ ਕੇ ਦੁਆ ਕਰਦੇ ਹਾਂ, ਲੇਕਿਨ ਅੰਜੂ ਘੇਰਨ ਦੇ ਵਿੱਚ ਵੀ ਬੜਾ ਫਰਕ ਹੁੰਦਾ ਹੈ। ਅਥਰੂ ਵੈਸੇ ਨਿਕਲ ਅੱਖਾਂ ਦੇ ਵਿੱਚੋਂ ਜੈਸੇ ਖੁਦਾ ਚਾਹੁੰਦਾ ਹੈ। ਜਦੋਂ ਦਿਲ ਰੋਂਦਾ ਤੇ ਦਿਲ ਜਦੋਂ ਰੋਂਦਾ, ਜਦੋਂ ਉਹ ਅਥਰੂ ਨਿਕਲਦੇ ਆ ਤੇ ਫਿਰ ਖੁਦਾ ਦੇ ਕੋਲ ਉਸ ਆਵਾਜ਼ ਨੂੰ ਪਹੁੰਚਾਇਆ ਜਾਂਦਾ। ਫਿਰ ਫਰਿਸ਼ਤੇ ਕਹਿੰਦੇ ਵੀ ਹੁਣ ਕੰਮ ਹੋਣਾ ਚਾਹੀਦਾ, ਕਿਉਂਕਿ ਆਮੀਨ ਜਦੋਂ ਕਹਿ ਦਿੱਤਾ ਗਿਆ ਤੇ ਫਿਰ ਦੁਆ ਜਦੋਂ ਪਹੁੰਚਦੀ ਖੁਦਾ ਦੇ ਹਜ਼ੂਰ ਤੇ ਫਿਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕੰਮ ਹੁੰਦਾ ਹੈ। ਸਾਡੇ ਗੁਰਦਾਸਪੁਰ ਸਾਹਿਬ ਦੇ ਉੱਤੇ ਪਾਸ਼ਾ ਜੀ ਦੱਸਦੇ ਹੁੰਦੇ ਸੀਗੇ, ਇੱਕ ਆਦਮੀ ਦੀ ਮੌਤ ਦਾ ਫਰਮਾਨ ਆ ਗਿਆ, ਫਰਿਸ਼ਤੇ ਨੇ ਆ ਕੇ ਉਹਨੂੰ ਟਾਈਮ ਦਿੱਤਾ। ਫਰਿਸ਼ਤੇ ਨਾਲ ਗੱਲ ਕੀਤੀ, ਕਹਿੰਦਾ ਖੁਦਾ ਨੇ ਮੈਨੂੰ ਭੇਜਿਆ ਕਿ ਮੈਂ ਤੈਨੂੰ ਲੈ ਕੇ ਜਾਵਾਂ। ਸੱਚੀ ਕਹਾਣੀ ਹੈ। ਤੇ ਉਹ ਕਹਿੰਦਾ ਚਲੋ ਠੀਕ ਹੈ, ਜੇ ਤੁਸੀਂ ਮੈਨੂੰ ਲਿਜਾਣਾ ਹੈ ਤੇ ਮੈਨੂੰ ਵਕਤ ਦਿਓ ਕਿ ਮੈਂ ਦੁਆ ਕਰ ਲਵਾਂ। ਉਹ ਕਹਿੰਦੇ ਬਿਲਕੁਲ ਇਹ ਤਾਂ ਚੰਗੀ ਗੱਲ ਹੈ, ਜੇ ਤੂੰ ਦੁਆ ਕਰਨੀ ਚਾਹੁੰਦਾ ਦੁਆ ਕਰ ਲੈ, ਪਰ ਫਟਾਫਟ ਕਰ ਲਈ ਕਿਉਂਕਿ ਤੈਨੂੰ ਲੈ ਕੇ ਜਾਣਾ ਹੈ। ਉਹਨੇ ਦੁਆ ਸ਼ੁਰੂ ਕਰ ਦਿੱਤੀ ਤੇ ਫਰਿਸ਼ਤਾ ਉਹਨੂੰ ਕਹਿਣ ਡਿਆ ਵੀ ਤੂੰ ਹੁਣ ਬੱਸ ਕਰ, ਵੀ ਕੰਮ ਹੋ ਜਾਣਾ, ਟਾਈਮ ਨਿਕਲੀ ਜਾਣ ਡਿਆ। ਤੇ ਉਹ ਹੁਣ ਕਿੱਥੇ ਬੱਸ ਕਰੇ? ਉਹਨੂੰ ਪਤਾ ਵੀ ਜਦੋਂ ਮੈਂ ਆਮੀਨ ਕਿਹਾ ਤੇ ਇਹਦੀ ਨਿਸ਼ਾਨ ਹੈ। ਇਹ ਜਿਹੜਾ ਯਕੂਬ ਦੇ ਘੋਲ ਦੀ ਗੱਲ ਸੁਣਦੇ ਹੋ ਨਾ, ਯਕੂਬ ਨੇ ਘੋਲ ਗੱਲ ਫਰਿਸ਼ਤਿਆਂ ਨਾਲ ਕੋਈ ਨਹੀਂ ਸੀ ਕੀਤਾ। ਉਹ ਪ੍ਰਾਰਥਨਾ ਰੂਪੀ ਕੁਸ਼ਤੀ ਕੀਤੀ ਸੀ, ਨਹੀਂ ਤੇ ਅਦਰਵਾਇਜ਼ ਇਨਸਾਨ ਦੀ ਕੀ ਜ਼ਰੂਰਤ ਆ ਫਰਿਸ਼ਤੇ ਦੇ ਸਾਹਮਣੇ ਇੱਕ ਪਲ ਵੀ ਕੱਢ ਸਕੇ। ਕੋਈ ਐਡਾ ਤਾਕਤਵਰ ਨਹੀਂ ਸੀ ਯਕੂਬ। ਉਹਨੇ ਸਾਰੇ ਲੋਕਾਂ ਨੂੰ ਭੇਜ ਦਿੱਤਾ ਤੇ ਲਿਖਿਆ ਫਿਰ ਆਪ ਪ੍ਰਾਰਥਨਾ ਦੇ ਵਿੱਚ ਬੈਠ ਗਿਆ। ਫਰਿਸ਼ਤਾ ਕਹਿੰਦਾ ਹੁਣ ਕਹਿ ਦੇ ਆਮੀਨ, ਮੈਂ ਤੇ ਜਾਵਾਂ, ਮੈਨੂੰ ਤੇ ਜਾਣ ਦੇ, ਸਵੇਰ ਹੋਣ ਲੱਗੀ ਹੈ, ਮੈਂ ਕਦੋਂ ਤੱਕ ਮੈਂ ਤੇਰੀ ਦੁਆ ਨੂੰ ਖੁਦਾ ਦੇ ਹਜ਼ੂਰ ਲੈ ਕੇ ਜਾਣਾ ਹੈ। ਉਹ ਕਹਿੰਦਾ ਆਮੀਨ ਏਦਾਂ ਥੋੜੀ ਕਹਿ ਦੇਣੀ ਹੈ। ਫਿਰ ਕਹਿੰਦਾ ਕਿੱਦਾਂ ਕਹਿਣੀ ਹੈ? ਕਹਿੰਦਾ ਏਡੀਆਂ ਵੱਡੀਆਂ ਕਾਮਯਾਬੀਆਂ ਮੈਂ ਕੀਤੀਆਂ, ਇੰਨਾ ਕੁਝ ਮੈਂ ਪ੍ਰਾਪਤ ਕੀਤਾ, ਪਰ ਮੈਂ ਬੜਾ ਦੁਖੀ ਹਾਂ। ਕਹਿੰਦੇ ਵੀ ਹੁਣ ਦੁੱਖ ਕਾਹਦਾ ਹੈ? ਤੂੰ ਛੋਟਾ ਪੈਦਾ ਹੋਇਆ ਸੀ, ਤੂੰ ਛੋਟੇ ਤੋਂ ਵੱਡਾ ਬਣ ਗਿਆ। ਫਿਰ ਵੱਡੇ ਵਾਲਾ ਹੱਕ ਜਿਹੜਾ ਸੀਗਾ ਉਹ ਬਾਪ ਨੇ ਉਹਨੂੰ ਦੇਣਾ ਸੀ, ਤੂੰ ਉਹ ਵੀ ਲੈ ਲਿਆ। ਤੂੰ ਆਪਣੇ ਮਾਮੇ ਕੋਲ ਚਲੇ ਗਿਆ, ਉੱਥੋਂ ਤੈਨੂੰ ਖੁਦਾ ਨੇ ਉਤੋਂ ਜ਼ਿਆਦੀਆਂ ਬਰਕਤਾਂ ਦੇ ਨਾਲ ਵਾਪਸ ਲੈ ਆਂਦਾ। ਹੁਣ ਤੈਨੂੰ ਕੀ ਚਾਹੀਦਾ? ਕਹਿੰਦਾ ਇੱਕ ਚੀਜ਼ ਆ ਜਿਹੜੀ ਅਜੇ ਤੱਕ ਮਿਲੀ ਨਹੀਂ ਆ, ਸਾਰੀਆਂ ਚੀਜ਼ਾਂ ਮਿਲ ਗਈਆਂ। ਸਾਰੀਆਂ ਚੀਜ਼ਾਂ ਮਿਲਣ ਤੋਂ ਬਾਅਦ ਵੀ ਮੈਂ ਖੁਸ਼ ਨਹੀਂ ਆ। ਜਦੋਂ ਕਹਿੰਦਾ ਮੈਂ ਲੰਘਦਾ ਨਾ ਤੇ ਲੋਕ ਮੈਨੂੰ ਯਕੂਬ ਕਹਿ ਕੇ ਆਵਾਜ਼ ਮਾਰਦੇ ਤੇ ਦਿਲ ਦੇ ਉੱਤੇ ਛੁਰੀਆਂ ਚੱਲਦੀਆਂ।
भी इन्ना कुछ करके अजे भी मैं धोखेबाज ही कहना। तो कहता भी हुण दस करना की चाहना तू, तेरा नां की है। जो पिता के कोलों आशीष लैन गया सी उदों इसहाक ने पूछा कहना तू कौन है, कहना मैं तेरा वड्डा पुत्र ईसाऊ हाँ। उत्थे झूठ बोल के बरकत लाया, पर हुण फरिश्ते सामने झूठ बोलना बड़ा मुश्किल हो गया। तो फरिश्ते ने पूछा भी कहना दस तेरा नां की है, कहना जी मेरा नाम यकूब है। कहना जा फिर अज तो बाद इसराइल सदावेगा। हालेलुया। खुदा दे कोल किस तरीके दे नाल मंगना है, किस ढंग दे नाल मंगना है, उन्हें आमीन उन्नी देर तक कहा नहीं जिन्नी देर तक ओदा उन्हें यकूब तो नाम इसराइल ने रखिया। ये बंदा भी कहता आमीन जो कहा तो मैंने पता तू मेरी जान जी है वो कढ़ लैनी। तो फिर फरिश्ते ने खुदा ने पूछा कहना की करा, कहना इन्हें आमीन नहीं कहनी तू आ जा। हालेलुया। ਅਸੀਂ ਐਵੇਂ ਆਮੀਨ ਕਹਿ ਦਿੰਦੇ ਆ, ਪਤਾ ਨਹੀਂ ਹੁੰਦਾ ਕਿਹੜੀ ਗੱਲ ਤੇ ਆਮੀਨ ਕਹਿਣੀ, ਕਿਉਂ ਆਮੀਨ ਕਹਿਣੀ ਹੈ, ਆਮੀਨ ਕਹਿਣੀ ਵੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ, ਆਮੀਨ ਕਹਿਣ ਦੇ ਨਾਲ ਕੀ ਹੋ ਸਕਦਾ ਹੈ। ठीक है जी। वो बदल ने कहा लिखा आमीन खुदा है मेरा कहता जो करता। हालेलुया। वो आमीन है जो कह दईए फिर ओनू पूरा करता है, जो वो कह दे ओनू भी वो पूरा करता है। आमीन एवें नहीं कह देना चाहिए। सो हन्ना दुआ कर रही है और दुआ दे विच की कह रही है, ਅਸੀਂ ਕਿਹੋ ਜਿਹੀਆਂ ਚੀਜ਼ਾਂ ਮੰਗਦੇ ਆ। ਤੇ ਹੰਨਾ ਆਪਣੀ ਡਿਮਾਂਡ ਜਿਹੜੀ ਹੈ ਉਹ ਕਿਸ ਤਰ੍ਹਾਂ ਖੁਦਾ ਦੇ ਅੱਗੇ ਆਪਣੀ ਪਟੀਸ਼ਨ ਦਾਇਰ ਕਰ ਰਹੀ ਹੈ। हन्ना कह रही है खुदा मेरी इको बेनती है कि तू मेरी शर्मिंदगी मेरे तो किसी तरह हटा दे, और मैं तेरे नाल एक वायदा करदी है जेड़ा तू पुत्र मैनू दवेगा वो मैं तेरे ही अर्पण कर दूंगी। पर यह है भी ये जिहड़ी ताने मिने तो मैनू किसी तरह तू आजाद कर ला, किसी तरह तू बचा ला। और वो खुदा दे विच इन्ना कलीन हो गई, भुब्बा मार मार के रो रही, और लिखिया भी वो सिर्फ बुल हिल रहे थे। और उदों पता ही नहीं सी, जिवें ओहदे हशर ऐसा बन गया सी भी वो सी ते जिस्म दे विच उस जगह दे उत्ते, लेकिन उन्होंने आप भी नहीं सी पता कि हुण मैं किस जगह उत्ते। ते लिखिया सिर्फ बुल ही हिल रहे थे। ते इहदी ज्यादा तजर्बा बड़ा सी जी शराबियां दे वास्ते। जाजक सी पर शराबियां दा बड़ा उन्होंने तजर्बा सी। और तजर्बा क्यों सी? क्योंकि अपने मुंडे उहदे आला दर्जे दे शराबी सी। ओह चीज फिर जैसी घर दे विच हुंदी है वैसी बोल उठी। और अपने शराबी न्याणिਆਂ ਦੀ सोच ਦੇ ਵਿੱਚ बैठा बैठा ਉਹਨੂੰ ਕੀ ਕਹਿ ਰਿਹਾ, ਕਹਿੰਦਾ ਚੱਲ ਛੱਡ ਹੁਣ ਤੂੰ ਅਮਲ ਤੋਂ ਉੱਠ, ਆਪਣੀ ਖੁਮਾਰੀ ਨੂੰ ਛੱਡ, ਕਿਹੜੇ ਚੱਕਰ 'ਚ ਤੂੰ ਪਈ ਹੈ। ਇੱਕ ਜਾਜਕ ਕਹਿ ਰਿਹਾ ਹੈ ਵੀ ਤੂੰ ਅਮਲ ਦੇ ਵਿੱਚ ਹੈ, ਕਿ ਜਾਜਕ ਵੀ ਉਹਨੂੰ ਪਛਾਣ ਨਹੀਂ ਸਕਿਆ, ਇੱਕ ਨਬੀ ਹੁੰਦਿਆਂ ਹੋਇਆ ਉਹਨੂੰ ਪਛਾਣ ਨਹੀਂ ਸਕਿਆ ਵੀ ਉਹ ਕਿਸ ਗਮ ਦੇ ਵਿੱਚ ਹੈ ਜਾਂ ਕਿਸ ਸੁਰਤ ਦੇ ਵਿੱਚ ਹੈ। ਲੇਕਿਨ ਉਹਦੇ ਆਪਣੇ ਘਰ ਦਾ ਮਾਹੌਲ ਜਿਹੜਾ ਐਸਾ ਬਣ ਚੁੱਕਾ ਸੀਗਾ ਕਿ ਉਹਦੀ ਸੋਚ ਜਿਹੜੀ ਸੀਗੀ ਬੇਸ਼ੱਕ ਸੀਗਾ ਖੁਦਾ ਦੇ ਘਰ ਦੇ ਵਿੱਚ, लेकिन सोच जी सी अपने घर के ही लगी रही सी। और अपने बेटिया के ध्यान उन्होंने कह बैठा, और उन्हें फिर जवाब दिता कि तू अपनी धी शैतान की धी ना आख। तो दूजे शब्द ये सी भी अपने न्याणिया वर्गे अपने बाकी सारे ना समझे मैं कोई ऐसी वैसी स्थिति नहीं, बल्कि मैं तो अपना दुखड़ा जोड़ा खुदा के अगे रो रही हैं। और फिर जो खुदा की मर्जी का रोना रोया गया तो फिर खुदा ने उन्होंने पुत्र दिता। हालेलुया। ਅਸੀਂ ਮੰਗਦੇ ਹਾਂ ਪਰ ਬਦਨੀਤੀ ਦਾ ਮੰਗਦੇ ਹਾਂ। ਅਸੀਂ ਮੰਗਦੇ ਹਾਂ ਜਦੋਂ ਮਿਲ ਜਾਂਦਾ ਹੈ ਫਿਰ ਖੁਦਾ ਦੇ ਲਈ ਦੇਣ ਦੇ ਵਾਸਤੇ ਅਸੀਂ ਮੰਗ ਲੈਂਦੇ ਹਾਂ। ਇਸੇ ਕਰਕੇ ਲਿਖਿਆ ਤੁਸੀਂ ਮੰਗਦੇ ਹੋ ਬਦਨੀਤੀ ਨਾਲ ਮੰਗਦੇ ਹੋ, ਤਾਂ ਕਿ ਤੁਸੀਂ ਆਪਣੇ ਐਸ਼ੋ ਆਰਾਮ ਦੇ ਵਿੱਚ ਉਹਨੂੰ ਉਡਾ ਸਕੋ, ਆਪਣੀ ਮਰਜ਼ੀ ਦੇ ਨਾਲ ਉਹਨੂੰ ਕਰ ਸਕੋ। ਹੁਣੇ ਆਪਾਂ ਉਹਨਾਂ ਦੇ ਘਰ ਬੈਠੇ ਸੀ ਤਾਂ ਕਿਸੇ ਲੇਡੀ ਦੀ ਗੱਲ ਦੱਸ ਰਹੇ ਸੀਗੇ। ਖੁਦਾ ਦੇ ਦਾਸ ਨੂੰ ਪੁੱਛਿਆ ਵੀ ਤੁਸੀਂ ਚਰਚ ਕਿਉਂ ਨਹੀਂ ਆਉਂਦੇ। ਜਦੋਂ ਚਰਚ ਆਉਣਾ ਸ਼ੁਰੂ ਕੀਤਾ ਸੀ ਉਦੋਂ ਔਲਾਦ ਹੈ ਨਹੀਂ ਸੀ। फिर चर्च आना शुरू हो गई, खुदा ने औलाद दे दी। औलाद फिर जो वध गई तो फिर चर्च च आना बंद हो गई। तो खुदा का दास पुछता भी कहना भैन जी तुसीं चर्च आउंदे क्यों नहीं? कहते भी आ न्याणे नहीं आउण दिंदे। कौन नहीं आउंदे? पहला न्याणे नहीं सी, उदों आउंदी सी ते खुदा दे कोल इस करके आउंदी सी भी न्याणे दे देवे। ਇਹਦੇ ਨਾਲ ਚੰਗਾ ਤੇ ਫਿਰ ਉਹ ਖੁਦਾ ਦਾ ਦਾਸ ਕਹਿੰਦਾ ਵੀ ਫਿਰ ਦੁਆ ਜਿਹੜੀ ਆ ਉਹਨੂੰ ਕਰੀ। ਸਾਡੇ ਕੋਈ ਗਲਤੀ ਹੋ ਗਈ ਜਾਂ ਫਿਰ ਖੁਦਾ ਕੋਈ ਗਲਤੀ ਹੋ ਗਈ ਵੀ ਦੁਆ ਤੇ ਤੇਰੀ ਸੁਣੀ ਨਹੀਂ ਸੀ ਜਾਣੀ ਚਾਹੀਦੀ। ਘੱਟੋ ਘੱਟ ਖੁਦਾ ਦੇ ਘਰ ਦੇ ਤੂੰ ਆਉਂਦੀ। ਅਸੀਂ ਮੰਗਦੇ ਹਾਂ ਪਰ ਗਲਤ ਤਰੀਕੇ ਨਾਲ ਮੰਗਦੇ ਹਾਂ। ਇਸੇ ਤਰ੍ਹਾਂ ਮੈਨੂੰ ਵੀ ਯਾਦ ਹੈ ਉਹ ਇਹ ਸੱਚੀ ਕਹਾਣੀ ਆ। ਪਾਸਟਰ ਸਾਹਿਬ ਦੇ ਕੋਲੋਂ ਕਿਸੇ ਔਰਤ ਨੇ ਆਪਣੇ ਬੇਟੇ ਲਈ ਦੁਆ ਕਰਾਈ, ਉਹਨੂੰ ਦੌਰੇ ਪੈਂਦੇ ਸੀ। ਬਾਅਦ ਚ ਦੌਰੇ ਪੈਣੇ ਬੰਦ ਹੋ ਗਏ, ਕਾਫੀ ਸਾਲ ਉਹ ਚਰਚ ਦੇ ਵਿੱਚ ਨਹੀਂ ਆਈ। ਇੱਕ ਦਿਨ ਫਿਰ ਦੁਬਾਰਾ ਆਈ ਤੇ ਖੁਦਾ ਦੇ ਦਾਸ ਨੇ ਪਛਾਣ ਲਿਆ। ਕਹਿੰਦੇ ਭੈਣ ਜੀ ਤੁਸੀਂ कहना मैं तुहानूं मिला? कहते हाँ जी मैं इत्थे आउंदी रही। कहते कदों? फिर उन्हें अपना सारा वाकिया दस्सिया। तो कहते फिर तुसीं इन्नी देर आए क्यों नहीं?
ਤੇ ਉਹ ਬੱਚੇ ਦੇ ਸਿਰ ਤੇ ਹੱਥ ਮਾਰ ਕੇ ਕਹਿੰਦੀ ਇਹਨੂੰ ਮਰ ਜਾਣੇ ਦੌਰੇ ਫੇਰ ਪੈਣ ਲੱਗ ਪਏ, ਨਹੀਂ ਤੇ ਮੈਂ ਤਾਂ ਜੇ ਵੀ ਨਹੀਂ ਸੀ ਹੋਣਾ। ਉਹ ਚੀਜ਼ਾਂ ਮੰਗੋ ਖੁਦਾ ਦੇ ਕੋਲੋਂ ਜਿਹੜੀਆਂ ਸਾਡੇ ਕੰਮ ਆ ਸਕਣ। ਉਹ ਚੀਜ਼ਾਂ ਮੰਗੋ ਜਿਹੜੀਆਂ ਅਸੀਂ ਖੁਦਾ ਨੂੰ ਲੁਟਾ ਸਕੀਏ। ਅਬਰਾਹਮ ਨੂੰ ਖੁਦਾ ਨੇ ਪੁੱਤਰ ਦੇ ਦਿੱਤਾ, ਔਰ ਜਦੋਂ ਫਿਰ ਖੁਦਾ ਨੇ ਮੰਗਿਆ ਕਹਿੰਦਾ ਮੇਰਾ ਤੇ ਨਿਗਾ, ਤੇ ਕਹਿੰਦਾ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਵੀ ਮੇਰੀ ਮੁਹੱਬਤ ਇਸ ਪੁੱਤਰ ਦਾ ਕਰਕੇ ਨਹੀਂ ਸੀ ਤੇਰੇ ਨਾਲ। ਇਹ ਜਦੋਂ ਪੁੱਤਰ ਨਹੀਂ ਸੀ ਤੂੰ ਮੈਨੂੰ ਕਿਹਾ ਘਰ ਛੱਡ, ਮੈਂ ਘਰ ਛੱਡ ਕੇ ਤੁਰ ਪਿਆ। ਇਹ ਪੁੱਤਰ ਨਹੀਂ ਸੀ, ਜੋ ਕੁਝ ਮੇਰਾ ਵਾਕਿਆ ਬੀਤੇ, ਮੇਰੇ ਸਾਰੇ ਲੋਕ ਮੈਨੂੰ ਛੱਡ ਕੇ, ਮੈਂ ਨਹੀਂ ਘਬਰਾਇਆ। ਮੈਂ ਸਿਰਫ ਔਰ ਸਿਰਫ ਤੇਰੇ ਨਾਲ ਮੁਹੱਬਤ ਕੀਤੀ ਹੈ। ਤੇਰੀ ਤੇ ਮੇਰੀ ਮੁਹੱਬਤ ਦੇ ਵਿੱਚ ਇਹ ਪੁੱਤਰ ਨਹੀਂ ਆ ਸਕਦਾ। ਔਰ ਖੁਦਾ ਨੇ ਕਿਹਾ ਫਿਰ ਜੇ ਇਦਾਂ ਦੀ ਗੱਲ ਹੈ ਫਿਰ ਕੁਰਬਾਨ ਕਰ ਦਿਓ। ਕੁਰਬਾਨ ਗਾਹ ਦੇ ਉੱਤੇ ਲਟਾ ਦਿੱਤਾ ਸੀ, ਕੁਰਬਾਨ ਕਰ ਦਿੱਤਾ ਸੀ। ਸਮਝ ਲਓ ਉਹ ਤੇ ਖੁਦਾ ਦੀ ਮਰਜ਼ੀ ਸੀਗੀ। ਉਹਨੇ ਉਹਦਾ ਹੱਥ ਰੋਕ ਲਿਆ। ਸਾਨੂੰ ਖੁਦਾ ਜਦੋਂ ਦਿੰਦਾ ਹੈ ਉਦੋਂ ਇਹ ਨਾ ਸੋਚੋ ਕਿ ਕਿੰਨਾ ਦੇਣਾ ਹੈ, ਬਲਕਿ ਤਿਆਰੀ ਇਸ ਦੇ ਵਿੱਚ ਰਹੋ ਕਿ ਜਦੋਂ ਖੁਦਾ ਮੰਗ ਲਵੇ ਤੇ ਉਦੋਂ ਫਿਰ ਜਾਨ ਵੀ ਮੰਗੇ ਤੇ ਉਹ ਵੀ ਦੇਣ ਦੇ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਅੱਜ ਮੈਂ ਦੇਖ ਰਿਹਾ ਸੀ ਈਰਾਨ ਦੇ ਇੱਕ ਲੜਕੇ ਨੂੰ ਫਾਂਸੀ ਦਿੱਤੀ ਗਈ ਆ ਖੁਦਾ ਦੀ ਸੇਵਾ ਦੇ ਵਿੱਚ।